ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡੀ ਹੋਸਟ ਰਾਖੀ। ਜਿੱਦਾਂ ਕਿ ਅਸੀਂ ਹਰ ਵੀਕਐਂਡ ਤੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਪ੍ਰਵਾਸੀ ਪ੍ਰੋਪਰਟੀਜ਼ ਦਾ, ਲੇਕਿਨ ਕੁਝ ਕਾਰਨਾਂ ਕਰਕੇ ਕੁਝ ਵੀਕਐਂਡਸ ਤੋਂ ਤੁਹਾਡੇ ਲਈ ਫਰੈਸ਼ ਐਪੀਸੋਡਸ ਅਸੀਂ ਨਹੀਂ ਲੈ ਕੇ ਆ ਪਾ ਰਹੇ ਸੀਗੇ। ਉਹਦੇ ਲਈ ਪਹਿਲਾਂ ਤਾਂ ਮੈਂ ਮਾਫੀ ਮੰਗਦੀ ਹਾਂ ਆਪਣੇ ਦਰਸ਼ਕਾਂ ਤੋਂ। ਤੇ ਜਿੱਦਾਂ ਕਿ ਹਰ ਵਾਰ ਵਾਂਗੂ ਸਾਡੇ ਸਟੂਡੀਓ ਵਿੱਚ ਅੱਜ ਫੇਰ ਤੋਂ ਮੌਜੂਦ ਨੇ ਪ੍ਰਵੀਨ ਅਰੋੜਾ ਤੇ ਸ਼ਮਸ਼ੇਰ ਢਿੱਲੋਂ ਜੀ। ਉਹਨਾਂ ਦਾ ਮੈਂ ਪਹਿਲਾਂ ਤਾਂ ਸਵਾਗਤ ਕਰਦੀ ਹਾਂ ਸਾਡੇ ਸਟੂਡੀਓ ਵਿੱਚ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਾਡੇ ਸਟੂਡੀਓ। ਰਾਖੀ ਜੀ, ਮੇਰੇ ਕਨੀਓ ਪ੍ਰਵਾਸੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਪ੍ਰਵਾਸੀ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਸ ਵਾਰ ਅਸੀਂ ਸ਼ੋਅ ਸਟਾਰਟ ਕਰਨ ਤੋਂ ਪਹਿਲਾਂ ਤਾਂ ਮੈਂ ਸ਼ਮਸ਼ੇਰ ਢਿੱਲੋਂ ਜੀ ਉਹਨਾਂ ਨੂੰ ਰਿਕੁਐਸਟ ਕਰੂੰਗੀ ਕਿ ਉਹ ਆਪਣੀਆਂ ਲਿਖੀਆਂ ਹੋਈਆਂ ਕੁਝ ਲਾਈਨਸ ਸੁਣਾਉਣ ਸਾਡੇ ਦਰਸ਼ਕਾਂ ਨੂੰ। ਹਾਂਜੀ ਸਰ, ਮੈਂ ਤੁਹਾਨੂੰ ਰਿਕੁਐਸਟ ਕਰੂੰਗੀ। ਜ਼ਰੂਰ ਜੀ। ਰਾਖੀ ਜੀ, ਜਿਹੜੀ ਕਵਿਤਾ ਹੈ ਨਾ ਜੀ, ਉਹ ਪੈਦਾ ਹੁੰਦੀ ਹੈ ਘਟਨਾਵਾਂ ਤੋਂ, ਐਕਸਪੀਰੀਅੰਸਿਸ ਤੋਂ। ਤੇ ਜਿਵੇਂ ਤੁਹਾਨੂੰ ਪਤਾ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ। ਸਿੰਘੂ ਬਾਰਡਰ ਬੜਾ ਮਸ਼ਹੂਰ ਹੋਇਆ ਜੀ। ਵੈਸੇ ਤਾਂ ਇਹ ਕਵਿਤਾ ਦਾ ਮੇਰੀ ਦਾ ਜਿਹੜਾ ਟਾਈਟਲ ਆ ਉਹ ਹੈ ਸਿੰਘੂ ਬਾਰਡਰ ਦੇ ਨਾਂ, ਪਰ ਇਹ ਕਵਿਤਾ ਜਿਹੜੀ ਮੈਂ ਕਹੂੰਗਾ ਕਿ ਸਿਰਫ ਸਿੰਘੂ ਬਾਰਡਰ ਦੇ ਨਾਂ ਹੀ ਨਹੀਂ, ਇਹ ਉਸ ਹਰ ਬਾਰਡਰ ਦੇ ਨਾਂ ਤੇ ਹੈ ਜਿੱਥੇ ਕਿਤੇ ਵੀ ਜਿਹੜਾ ਮਾਨਵੀ ਅਧਿਕਾਰਾਂ ਦਾ ਉਲੰਘਣ ਹੋਇਆ ਆ, ਜਿੱਥੇ ਕਿਤੇ ਵੀ ਅਪਰੈਸ਼ਨ ਨੇ ਆਮ ਜਨਤਾ ਨੂੰ ਜਿਹੜਾ ਨਾ ਦੱਬਣ ਔਰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਜੀ। ਸੋ ਲਾਈਨਾਂ ਮੈਂ ਲਿਖੀਆਂ ਸੀਗੀਆਂ ਜੀ ਕਿ ਇੱਕ ਇਸ਼ਕ ਮੇਰੇ ਸਬਰ ਦੀ ਪਰਿਕਰਮਾ ਕਰ, ਇੱਕ ਇਸ਼ਕ ਮੇਰੇ ਸਬਰ ਦੀ ਪਰਿਕਰਮਾ ਕਰ, ਇੱਕ ਅਰਮਾਨ ਮੇਰੇ ਜਿਸਮ ਵਿੱਚ ਧੁਖਦਾ ਰਿਹਾ। ਕਿੰਨੀ ਦੇਰ ਤੱਕ ਤੂੰ ਚੁੱਪ ਨੂੰ ਸਮਝਾਵੇਂਗਾ, ਕਿੰਨੀ ਦੇਰ ਤੱਕ ਤੂੰ ਚੁੱਪ ਨੂੰ ਸਮਝਾਵੇਂਗਾ, ਇਹ ਸੋਚ ਕੇ ਮੇਰਾ ਬਾਗੀ ਮਨ ਧੁਖਦਾ ਰਿਹਾ। ਫਿਰ ਮੇਰੀ ਜਿੰਦ ਦਾ ਸਾਹਾਂ ਨੂੰ ਮਿਲਣ ਦਾ ਫੈਸਲਾ, ਫਿਰ ਮੇਰੀ ਜਿੰਦ ਦਾ ਸਾਹਾਂ ਨੂੰ ਮਿਲਣ ਦਾ ਫੈਸਲਾ ਦਿਲੋਂ ਦਿਮਾਗ ਦੀ ਕਸਵੱਟੀ ਤੇ ਆ ਕੇ ਰੁਕਦਾ ਰਿਹਾ। ਔਖਾ ਪੈਂਡਾ ਭਾਵੇਂ ਦੂਰ ਮੰਜ਼ਿਲ, ਔਖਾ ਪੈਂਡਾ ਭਾਵੇਂ ਦੂਰ ਮੰਜ਼ਿਲ, ਹੌਸਲਾ ਕਰ ਤੁਰਦਾ ਰਿਹਾ। ਦਹਲੀਜ਼ ਤੇਰੀ ਤੇ ਆ ਕੇ ਉਹ ਹਰ ਵਾਰ ਮੁੜਦਾ ਰਿਹਾ। ਦਹਲੀਜ਼ ਤੇਰੀ ਤੱਕ ਆ ਕੇ ਉਹ ਹਰ ਵਾਰ ਮੁੜਦਾ ਰਿਹਾ। ਤੈਨੂੰ ਜਨੂਨ ਦੀ ਉਸ ਹੱਦ ਤੇ ਆ ਛੂਹੇਗਾ ਸ਼ਮਸ਼ੇਰ, ਤੈਨੂੰ ਜਨੂਨ ਦੀ ਉਸ ਹੱਦ ਤੇ ਆ ਛੂਹੇਗਾ ਸ਼ਮਸ਼ੇਰ, ਜਿੱਥੇ ਰਾਹ ਵੀ ਮੰਜ਼ਲੋਂ ਉਰੇ ਮੁੱਕਦਾ ਰਿਹਾ, ਜਿੱਥੇ ਰਾਹ ਵੀ ਮੰਜ਼ਲੋਂ ਉਰੇ ਮੁੱਕਦਾ ਰਿਹਾ। ਧੰਨਵਾਦ। ਬਹੁਤ ਵਧੀਆ ਲਿਖਿਆ ਸਰ ਤੁਸੀਂ। ਲਾਈਨਾਂ ਬਹੁਤ ਹੀ ਜ਼ਿਆਦਾ ਟੱਚੀ ਲਾਈਨਾਂ ਸੀਗੀਆਂ, ਵੀ ਦਿਲ ਨੂੰ ਛੂਹਣ ਵਾਲੀਆਂ ਲਾਈਨਾਂ ਸੀਗੀਆਂ। ਆਈ ਹੋਪ ਆਪਣੇ ਦਰਸ਼ਕਾਂ ਨੂੰ ਵੀ ਮੈਂ ਇਹੀ ਕਹੂੰਗੀ ਵੀ ਤੁਹਾਨੂੰ ਵੀ ਬਹੁਤ ਹੀ ਵਧੀਆ ਲਾਈਨਾਂ ਲੱਗੀਆਂ ਹੋਣੀਆਂ। ਤੇ ਜਿੱਦਾਂ ਵੀ ਸਾਰੇ ਜਾਣਦੇ ਆ ਵੀ ਇੰਡੀਆ 'ਚ ਇਸ ਟਾਈਮ ਤੇ ਕੀ ਮਾਹੌਲ ਨੇ। ਪਹਿਲਾਂ ਫਾਰਮਰ ਪ੍ਰੋਟੈਸਟ, ਕਿਸਾਨਾਂ ਦਾ ਉੱਥੇ ਅੰਦੋਲਨ ਚੱਲਿਆ ਕਾਫੀ ਸਮੇਂ ਤੋਂ, ਤੇ ਉਹਦੇ ਬਾਅਦ ਹੁਣ ਕਰੋਨਾ ਕਰਕੇ ਵੀ ਉੱਥੇ ਕਿੰਨੀ ਮਹਾਮਾਰੀ ਮਚੀ ਹੋਈ ਆ। ਅਸੀਂ ਸਾਰੇ ਰਲ ਮਿਲ ਕੇ ਸਿਰਫ ਦੁਆ ਹੀ ਕਰ ਸਕਦੇ ਹਾਂ, ਪ੍ਰੇ ਹੀ ਰੱਬ ਦੇ ਅੱਗੇ ਕਰ ਸਕਦੇ ਹਾਂ ਕਿ ਸਭ ਛੇਤੀ ਛੇਤੀ ਸਹੀ ਹੋਵੇ। ਤੇ ਸਾਰੇ ਲੋਕਾਂ ਨੂੰ ਵੀ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਵੀ ਜਿਹੜੀ ਵੀ ਮੇਜਰਸ ਨੇ, ਗਵਰਨਮੈਂਟ ਨੇ ਜਿਹੜੀਆਂ ਵੀ ਮੇਜਰਸ ਕੱਢੀਆਂ ਨੇ, ਤੇ ਜਿਹੜਾ ਆਪਾਂ ਨੂੰ ਆਪ ਨੂੰ ਵੀ ਪਤਾ ਹੈ ਵੀ ਆਪਣੀ ਸੇਫਟੀ ਲਈ ਜੋ ਚੀਜ਼ਾਂ ਬਹੁਤ ਜ਼ਰੂਰੀ ਨੇ ਕਰਨੀਆਂ, ਅਸੀਂ ਉਹਨਾਂ ਚੀਜ਼ਾਂ ਦਾ ਬਿਲਕੁਲ ਧਿਆਨ ਰੱਖੀਏ। ਤੇ ਅੱਗੇ ਰੱਬ ਦੇ ਅੱਗੇ ਫਿਰ ਤੋਂ ਇੱਕ ਵਾਰ ਦੁਆ ਕਰਦੇ ਹਾਂ ਵੀ ਸਾਰੀਆਂ ਚੀਜ਼ਾਂ ਬਹੁਤ ਹੀ ਜਲਦੀ ਸਹੀ ਹੋ ਜਾਣ ਤੇ ਸਾਰੀਆਂ ਲਾਈਫ ਜੋ ਨੇ ਆਪਣੀਆਂ ਸਾਰੀਆਂ ਬੈਕ ਟੂ ਟਰੈਕ ਤੇ ਆ ਜਾਣ। ਤੇ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਆਪਣੇ ਸ਼ੋਅ ਦੀ। ਤੇ ਜਿੱਦਾਂ ਕਿ ਸਾਰੇ ਜਾਣਦੇ ਹੋ ਤੁਸੀਂ ਵੀ, ਅਸੀਂ ਇਸ ਸ਼ੋਅ ਦੇ ਵਿੱਚ ਰੀਅਲ ਸਟੇਟ ਤੋਂ ਰਿਲੇਟਿਡ ਗੱਲਾਂ ਕਰਦੇ ਹੁੰਦੇ ਹਾਂ। ਅਸੀਂ ਕਾਫੀ ਪ੍ਰੋਜੈਕਟਸ ਦੇ ਉੱਤੇ ਗੱਲਾਂ ਵੀ ਕੀਤੀਆਂ, ਕਾਫੀ ਟੌਪਿਕਸ ਦੇ ਉੱਤੇ ਵੀ ਗੱਲਾਂ ਕੀਤੀਆਂ। ਅੱਜ ਥੋੜਾ ਸਾ ਖਾਸ ਟੌਪਿਕ ਲੈ ਕੇ ਆਏ ਹਾਂ ਜੋ ਕਿ ਹੈ ਲਗਜ਼ਰੀ ਹੋਮਸ। ਕਿ ਲਗਜ਼ਰੀ ਹੋਮਸ ਆਖਿਰ ਕਹਿੰਦੇ ਕਿਹਨਾਂ ਨੂੰ ਆ, ਕਿਉਂਕਿ ਜੇ ਅਸੀਂ ਉੱਦਾਂ ਗੱਲ ਕਰੀਏ ਤੇ ਹੁਣ ਹਰ ਇੱਕ ਘਰ ਦੀ ਜਿਹੜੀ ਅਮਾਊਂਟ ਆ, ਜਿਹੜੀ ਆਪਾਂ ਪ੍ਰਾਈਸ ਰੇਂਜ ਦੀ ਗੱਲ ਕਰੀਏ ਤਾਂ ਸਰ 1 ਮਿਲੀਅਨ ਤੋਂ ਉੱਪਰ ਟੱਪ ਰਹੀ ਆ। ਤੇ ਇੱਕ ਨੋਰਮਲ ਇਨਸਾਨ ਲਈ ਤਾਂ ਉਹ ਵੀ ਇੱਕ ਲਗਜ਼ਰੀ ਹੋਮ ਤੋਂ ਘੱਟ ਨਹੀਂ। ਪਰ ਐਕਚੁਅਲ 'ਚ ਟਰਮਸ ਦੇ ਬੇਸ ਦੇ ਉੱਤੇ ਲਗਜ਼ਰੀ ਹੋਮਸ ਕਿਹਨੂੰ ਕਹਿੰਦੇ ਆ, ਮੈਂ ਪਹਿਲਾਂ ਤੁਹਾਨੂੰ ਆਹ ਪੁੱਛੂੰਗੀ। ਰਾਖੀ ਜੀ, ਇਸ ਤਰ੍ਹਾਂ ਕਿ ਜਿਹੜੇ ਲਗਜ਼ਰੀ ਹੋਮਸ ਹੁੰਦੇ ਆ, ਜਿਵੇਂ ਆਪਾਂ ਕੋਈ ਵੀ ਨੇਬਰਹੁੱਡ ਲੈ ਲਈਏ, ਜੇ ਆਪਾਂ ਕੋਈ ਬਰੈਂਪਟਨ ਦਾ ਨੇਬਰਹੁੱਡ ਲੈ ਲਈਏ, ਮਿਸਿਸਾਗਾ ਦਾ ਕੋਈ ਨੇਬਰਹੁੱਡ ਲੈ ਲਈਏ, ਹਰ ਨੇਬਰਹੁੱਡ ਦੇ ਵਿੱਚ ਜਿੰਨੀਆਂ ਵੀ ਪ੍ਰੋਪਰਟੀਜ਼ ਨੇ, ਮੰਨ ਲਓ ਆਪਾਂ ਕਹਿੰਦੇ ਹਾਂ ਕਿ ਕੋਈ ਪਰਟੀਕੂਲਰ, ਆਈ ਥਿੰਕ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਰੀਅਲ ਸਟੇਟ ਦੇ ਵਿੱਚ ਅਲੱਗ-ਅਲੱਗ ਕਮਿਊਨਿਟੀਜ਼ ਦੇ ਵਿੱਚ ਏਰੀਆਜ਼ ਡਿਵਾਈਡ ਕੀਤੇ ਹੋਏ ਨੇ।
ਹੁਣ ਜੇ ਆਪਾਂ ਕਿਸੇ ਪਰਟੀਕੂਲਰ ਇੱਕ ਕਮਿਊਨਿਟੀ ਦੀ ਗੱਲ ਕਰੀਏ ਕਿ ਇਸ ਕਮਿਊਨਿਟੀ ਦੇ ਵਿੱਚ ਜਿੰਨੇ ਟੋਟਲ ਘਰ ਨੇ, ਲੈਟਸ ਸੇ ਕਿ ਉਸ ਨੇਬਰਹੁੱਡ ਦੇ ਵਿੱਚ ਤਕਰੀਬਨ 250 ਪ੍ਰੋਪਰਟੀਜ਼ ਨੇ, ਉਹ ਜਿਹੜੀਆਂ 250 ਪ੍ਰੋਪਰਟੀਜ਼ ਨੇ ਉਹਨਾਂ ਦੇ ਵਿੱਚ ਟਾਊਨ ਹਾਊਸ ਵੀ ਨੇ, ਉਹਨਾਂ 'ਚ ਸੈਮੀ ਡਿਟੈਚ ਵੀ ਨੇ, ਡਿਟੈਚ ਵੀ ਨੇ, ਛੋਟਾ ਸਾਈਜ਼ ਵੀ ਆ, ਬੜਾ ਸਾਈਜ਼ ਵੀ ਆ। ਜੀ ਉਹ ਸਾਰੇ ਪ੍ਰੋਪਰਟੀ ਦੇ ਸੇਲਸ ਨੂੰ ਦੇਖਦੇ ਹੋਏ ਇੱਕ ਉਹਨਾਂ ਦਾ ਐਵਰੇਜ ਸੇਲ ਪ੍ਰਾਈਸ ਕੈਲਕੂਲੇਟ ਹੁੰਦਾ ਕਿ ਇਸ ਨੇਬਰਹੁੱਡ ਦਾ ਐਵਰੇਜ ਸੇਲ ਪ੍ਰਾਈਸ ਕੀ ਆ। ਠੀਕ ਹੈ ਹੁਣ ਮੰਨ ਲਓ ਜੇ ਕੋਈ ਵੀ ਨੇਬਰਹੁੱਡ ਆ, ਜੇ ਅੱਜ ਕੱਲ੍ਹ ਆਪਾਂ ਗੱਲ ਕਰੀਏ ਬਰੈਂਪਟਨ ਦੇ ਵਿੱਚ, ਤਾਂ ਮੋਸਟਲੀ ਜਿਹੜੇ ਬਰੈਂਪਟਨ ਦੇ ਨੇਬਰਹੁੱਡ ਨੇ ਉਹਨਾਂ ਦਾ ਐਵਰੇਜ ਸੇਲ ਪ੍ਰਾਈਸ 900 ਦੀ ਰੇਂਜ ਐਟਲੀਸਟ ਹੈਗਾ ਮੋਸਟਲੀ ਹਾਂਜੀ ਜਿਹੜੇ ਵੀ ਨੇਬਰਹੁੱਡ ਨੇ। ਹੁਣ ਜੇ 9 ਲੱਖ ਇੱਕ ਐਵਰੇਜ ਸੇਲ ਪ੍ਰਾਈਸ ਆ, ਐਵਰੇਜ ਸੇਲ ਪ੍ਰਾਈਸ ਦਾ ਮਤਲਬ ਇਹ ਨਹੀਂ ਕਿ ਹਰ ਘਰ ਦੀ ਕੀਮਤ 9 ਲੱਖ ਆ, ਜੀ ਉਹਦੇ 'ਚ ਇਹ ਹੈ ਕਿ ਜਿਹੜਾ ਕੋਈ ਛੋਟਾ ਘਰ ਆ 9 ਤੋਂ ਥੋੜਾ ਥੱਲੇ ਵੀ ਹੋ ਸਕਦਾ, ਜਿਹੜੇ ਬੜੇ ਘਰ ਨੇ ਉਹ 9 ਤੋਂ ਉੱਪਰ ਵੀ ਨੇ। ਜੀ ਤਾਂ ਜਿਹੜੀ ਵੀ ਕੋਈ ਪ੍ਰੋਪਰਟੀ ਜਿਹਦੇ ਬਾਰੇ ਆਪਾਂ ਗੱਲ ਕਰਨਾ ਚਾਹ ਰਹੇ ਹਾਂ, ਅਗਰ ਉਹ ਪ੍ਰੋਪਰਟੀ ਦਾ ਜਿਹੜਾ ਪ੍ਰਾਈਸ ਆ ਜੀ ਉਹ ਐਵਰੇਜ ਸੇਲ ਪ੍ਰਾਈਸ ਤੋਂ ਲੈ ਕੇ 1.5 ਤੋਂ ਲੈ ਕੇ 2 ਗੁਣਾ ਦੇ ਵਿੱਚ ਉਹਦਾ ਜੇ ਪ੍ਰਾਈਸ ਆ, ਤਾਂ ਉਹਨੂੰ ਆਪਾਂ ਉਸ ਨੇਬਰਹੁੱਡ ਦੇ ਵਿੱਚ ਆਪਾਂ ਇੱਕ ਲਗਜ਼ਰੀ ਪ੍ਰੋਪਰਟੀ ਮੰਨਦੇ ਹਾਂ। ਠੀਕ ਹੈ ਸਰ, ਤੁਸੀਂ ਇਹਦੇ ਵਿੱਚ ਸਰ ਕੁਝ ਐਡ ਕਰਨਾ ਚਾਹੋ ਨਾਲ ਹੀ? ਡੈਫੀਨੇਟਲੀ ਜੀ, ਜਿਵੇਂ ਪ੍ਰਵੀਨ ਜੀ ਨੇ ਕਿਹਾ ਕਿ ਜਿਹੜਾ ਘਰ ਐਵਰੇਜ ਸੇਲ ਪ੍ਰਾਈਸ, ਏਰੀਆ ਦੀ ਐਵਰੇਜ ਸੇਲ ਪ੍ਰਾਈਸ ਤੋਂ 1.5 ਤੋਂ 2 ਗੁਣਾ ਪ੍ਰਾਈਸ ਦੇ ਵਿੱਚ ਹੋਵੇ, ਉਹ ਲਗਜ਼ਰੀ ਪ੍ਰੋਪਰਟੀ ਦੇ ਵਿੱਚ ਕਾਊਂਟ ਹੁੰਦਾ। ਉਹ ਲਗਜ਼ਰੀ ਪ੍ਰੋਪਰਟੀ ਕਾਊਂਟ ਕਰਨ ਦੇ ਉਹਦੇ ਕਈ ਕਾਰਨ ਹੋ ਸਕਦੇ ਨੇ। ਉਹਦਾ ਲੋਟ ਵੱਡਾ ਹੋ ਸਕਦਾ, ਕੋਈ ਸਪੈਸ਼ਲ ਲੋਟ ਹੋ ਸਕਦਾ ਕਿ ਉਹ ਰਵੀਨ ਤੇ ਬੈਕ ਕਰਦਾ ਆ, ਜਾਂ ਉਹਦੇ ਪਿੱਛੇ ਕੋਈ ਗ੍ਰੀਨ ਸਪੇਸ ਹੈਗੀ ਆ, ਜਾਂ ਉਹ ਪ੍ਰੋਪਰਟੀ ਇੰਨੀ ਕੁ ਯੂਨੀਕ ਹੈ ਕਿ ਉਹਦੇ ਜਿਹੜੇ ਕਰੈਕਟਰਿਸਟਿਕਸ ਨੇ ਉਹ ਉਹਨੂੰ ਲਗਜ਼ਰੀ ਪ੍ਰੋਪਰਟੀ ਦਾ ਦਰਜਾ ਦੇ ਦਿੰਦੇ ਨੇ। ਜੇ ਉਹਨੂੰ ਆਪਾਂ ਫਾਈਨੈਂਸ਼ਲੀ ਉਹ ਚੀਜ਼ ਕਰਨੀ ਹੋਵੇ ਤੇ ਉਹ ਆਟੋਮੈਟਿਕਲੀ ਐਵਰੇਜ ਸੇਲ ਪ੍ਰਾਈਸ ਤੋਂ ਡਬਲ ਟ੍ਰਿਪਲ ਪ੍ਰਾਈਸ ਤੇ ਉਸ ਪ੍ਰੋਪਰਟੀ ਦੀ ਕੀਮਤ ਬਣ ਜਾਏਗੀ। ਸੋ ਲਗਜ਼ਰੀ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਇਸ ਤਰ੍ਹਾਂ ਵੀ ਕ੍ਰੀਏਟ ਹੋ ਸਕਦੀਆਂ ਨੇ, ਸੇਮ ਨੇਬਰਹੁੱਡ ਦੇ ਵਿੱਚ ਵੀ ਹੋ ਸਕਦੀਆਂ ਨੇ। ਠੀਕ ਹੈ ਸਰ। ਸਰ ਇਹਦੇ ਨਾਲ ਮੈਂ ਪੁੱਛਣਾ ਚਾਹੂੰਗੀ ਵੀ ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਆ ਲਗਜ਼ਰੀ ਪ੍ਰੋਪਰਟੀਜ਼ ਖਰੀਦਦੇ ਟਾਈਮ, ਤੇ ਕੀ ਡਿਫਰੈਂਸ ਹੁੰਦਾ ਆ? ਰਾਖੀ, ਜਿਹੜੀਆਂ ਇਹ ਪ੍ਰੋਪਰਟੀ ਹੁੰਦੀਆਂ ਨੇ, ਇਹਨਾਂ ਪ੍ਰੋਪਰਟੀਆਂ ਦੇ ਜਿਹੜੇ ਬਾਇਰਸ ਨੇ, ਖਾਸ ਕਰਕੇ ਜੇ ਆਪਾਂ ਪਹਿਲਾਂ ਬਾਇਰਸ ਬਾਰੇ ਗੱਲ ਕਰੀਏ, ਮੋਸਟਲੀ ਉਹ ਸੈਕੰਡ ਜਾਂ ਥਰਡ ਟਾਈਮ ਬਾਇਰਸ ਹੁੰਦੇ ਨੇ। ਫਸਟ ਟਾਈਮ ਵੀ ਹੋ ਸਕਦੇ ਨੇ, ਐਸੀ ਗੱਲ ਨਹੀਂ, ਕੋਈ ਵੀ ਆਦਮੀ ਜਿਹਨੇ ਫਾਈਨੈਂਸ਼ਲੀ ਮਤਲਬ ਸਟਰੋਂਗ ਨੇ ਉਹ ਬਾਏ ਕਰ ਸਕਦੇ ਨੇ ਪ੍ਰੋਪਰਟੀ, ਐਸੀ ਗੱਲ ਨਹੀਂ ਹੈ। ਪਰ ਜੇ ਆਪਾਂ ਜ਼ਿਆਦਾਤਰ ਪਰਸੈਂਟੇਜ ਦੇਖੀਏ ਤਾਂ ਸੈਕੰਡ ਤੇ ਥਰਡ ਟਾਈਮ ਬਾਇਰਸ ਹੁੰਦੇ ਨੇ। ਔਰ ਜਿਹੜੇ ਇਹ ਬਾਇਰਸ ਹੁੰਦੇ ਨੇ, ਜਿਹੜੇ ਇੱਦਾਂ ਦੀਆਂ ਪ੍ਰੋਪਰਟੀਜ਼ ਬਾਏ ਕਰਦੇ ਨੇ, ਉਹ ਆਪਣੀ ਪ੍ਰੋਪਰਟੀ ਨੂੰ ਇੱਕ ਨੈਸੈਸਿਟੀ ਵਾਸਤੇ ਨਹੀਂ ਬਾਏ ਕਰ ਰਹੇ ਹੁੰਦੇ ਕਿ ਵੀ ਹਾਂ ਸਾਡੀ ਨੈਸੈਸਿਟੀ ਹੈ, ਸਾਨੂੰ ਘਰ ਦੀ ਜ਼ਰੂਰਤ ਆ, ਰਹਿਣ ਵਾਸਤੇ ਜਗ੍ਹਾ ਦੀ ਲੋੜ ਆ। ਜਿਸ ਤਰ੍ਹਾਂ ਕੋਈ ਬੰਦਾ ਪਹਿਲਾਂ ਰੈਂਟਲ ਤੋਂ ਜਾਂਦਾ, ਫਸਟ ਟਾਈਮ ਬਾਇਰ ਆ, ਉਹਨਾਂ ਨੂੰ ਇੱਕ ਉਹਨਾਂ ਦੀ ਨੈਸੈਸਿਟੀ ਹੁੰਦੀ ਆ। ਉਹ ਜਿਹੜੇ ਸੈਕੰਡ ਟਾਈਮ ਤੇ ਥਰਡ ਟਾਈਮ ਬਾਇਰਸ ਨੇ, ਜਿਹੜੇ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਬਾਏ ਕਰਦੇ ਨੇ, ਉਹ ਪ੍ਰੋਪਰਟੀਆਂ ਜਿਹੜੀਆਂ ਇਹਨੂੰ ਬਾਏ ਕਰਦੇ ਨੇ ਉਹ ਆਪਣੇ ਲਾਈਫ ਸਟਾਈਲ ਦੇ ਮੁਤਾਬਕ ਪ੍ਰੋਪਰਟੀ ਬਾਏ ਕਰਦੇ ਨੇ। ਉਹ ਮਤਲਬ ਨੈਸੈਸਿਟੀ ਤਾਂ ਇੱਕ ਜ਼ਰੂਰਤ ਹੈ ਹੀ ਆ ਘਰ ਤਾਂ, ਬਟ ਜ਼ਰੂਰਤ ਦੇ ਨਾਲ ਨਾਲ ਉਹਨਾਂ ਦੇ ਵਿੱਚ ਜਿਹੜਾ ਮੇਜਰ ਉਹਨਾਂ ਦੀ ਕੰਸੀਡਰੇਸ਼ਨ ਹੁੰਦੀ ਆ, ਉਹ ਉਹਨਾਂ ਦੇ ਲਾਈਫ ਸਟਾਈਲ ਦੀ ਕੰਸੀਡਰੇਸ਼ਨ ਹੁੰਦੀ ਆ ਕਿ ਸਾਡਾ ਲਾਈਫ ਸਟਾਈਲ ਕਿੱਦਾਂ ਦਾ, ਸਾਨੂੰ ਕਿੱਦਾਂ ਦੀ ਘਰ ਦੀ ਜ਼ਰੂਰਤ ਆ। ਠੀਕ ਹੈ ਜੀ। ਇੱਕ ਤਾਂ ਜਿਹੜਾ ਸਭ ਤੋਂ ਬੜਾ ਫਰਕ ਆ ਉਹ ਇਹ ਆ, ਹੁਣ ਜਦੋਂ ਆਪਾਂ ਸੈਲਿੰਗ ਸਾਈਡ ਤੇ ਗੱਲ ਕਰਦੇ ਹਾਂ, ਜਦੋਂ ਆਪਾਂ ਲਗਜ਼ਰੀ ਪ੍ਰੋਪਰਟੀ ਸੈੱਲ ਕਰਨੀ ਆ, ਤਾਂ ਜਿਹੜੇ ਸੈਲਰਸ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਹੜੇ ਬਾਇਰ ਨੇ ਉਹ ਪ੍ਰੋਪਰਟੀ ਦੇ ਨਾਲ ਨਾਲ ਆਪਣੇ ਲਾਈਫ ਸਟਾਈਲ ਦੇ ਮੁਤਾਬਿਕ ਉਹ ਪ੍ਰੋਪਰਟੀ ਬਾਏ ਕਰਦੇ ਨੇ। ਸੋ ਉਸ ਪ੍ਰੋਪਰਟੀ ਦੇ ਵਿੱਚ ਜਿਹੜੀਆਂ ਉਹਨਾਂ ਦੇ ਵਿੱਚ ਲਗਜ਼ਰੀ ਫੀਚਰਸ ਨੇ, ਉਹਨਾਂ ਨੂੰ ਪ੍ਰੋਪਰਲੀ ਪ੍ਰੈਜੈਂਟ ਕਰਨਾ ਤੇ ਹਾਈਲਾਈਟ ਕਰਨਾ ਬੜਾ ਜ਼ਰੂਰੀ ਹੁੰਦਾ ਇਸ ਪ੍ਰੋਪਰਟੀ ਦੇ ਵਿੱਚ। ਜੀ, ਤੁਸੀਂ ਸਰ ਇਹਦੇ ਨਾਲ ਨਾਲ ਕੁਝ ਹੋਰ ਇਹਦੇ ਵਿੱਚ ਐਡ ਕਰਨਾ ਚਾਹੋ? ਬਿਲਕੁਲ ਜੀ, ਜਿਵੇਂ ਪ੍ਰਵੀਨ ਜੀ ਨੇ ਦੱਸਿਆ ਕਿ ਜਿਹੜੀ ਲਗਜ਼ਰੀ ਪ੍ਰੋਪਰਟੀ ਆ ਉਹ ਇੱਕ ਜ਼ਰੂਰਤ ਦੇ ਨਾਲ ਨਾਲ ਜਿਹੜਾ ਇੱਕ ਲਾਈਫ ਸਟਾਈਲ ਆ। ਹੁਣ ਜਿਹੜਾ ਕੋਈ ਪਰਟੀਕੁਲਰ ਇੱਕ ਬਾਇਰ ਕੋਈ ਪ੍ਰੋਪਰਟੀ ਨੂੰ ਦੇਖ ਰਿਹਾ, ਮਸਲਨ ਉਹਨੂੰ ਚਾਹੀਦਾ ਕਿ ਇਸ ਪ੍ਰੋਪਰਟੀ ਦੇ ਵਿੱਚ ਸਵਿਮਿੰਗ ਪੂਲ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਉਹਦਾ ਫੋਕਸ ਇਹ ਹੋਊਗਾ ਕਿ ਮੈਂ ਸਿਰਫ ਉਹੀ ਪ੍ਰੋਪਰਟੀਜ਼ ਦੇਖਾਂ ਜਿਹੜੀਆਂ ਸਵਿਮਿੰਗ ਪੂਲ ਵਾਲੀਆਂ ਨੇ। ਹੁਣ ਜਿਹੜਾ ਇੱਕ ਬਾਇਰ ਸਵਿਮਿੰਗ ਪੂਲ ਨੂੰ ਮੁੱਖ ਰੱਖ ਕੇ ਉਸ ਘਰ ਦੇ ਵਿੱਚ ਆ ਰਿਹਾ ਆ, ਔਰ ਉਹ ਦੇਖਦਾ ਕਿ ਜਿਹੜਾ ਸਵਿਮਿੰਗ ਪੂਲ ਆ ਉਹ ਵੈਲ ਮੇਨਟੇਨਡ ਨਹੀਂ ਹੈਗਾ, ਤੇ ਉਹ ਉੱਥੇ ਟਰਨਡ ਆਫ ਹੋ ਜਾਏਗਾ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਕਿ ਲਗਜ਼ਰੀ ਪ੍ਰੋਪਰਟੀਜ਼ ਨੂੰ ਮਾਰਕੀਟ ਕਰਨ ਵਾਸਤੇ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ ਨੇ। ਔਰ ਇਹਦੀ ਅੱਗੇ ਚੱਲ ਕੇ ਆਪਾਂ ਹੋਰ ਵੀ ਗੱਲ ਕਰਦੇ ਹਾਂ ਕਿ ਪ੍ਰੋਪਰਟੀਜ਼ ਨੂੰ ਪ੍ਰੋਪਰਲੀ ਪ੍ਰੈਜ਼ੈਂਟ ਕਿਵੇਂ ਕੀਤਾ ਜਾ ਸਕਦਾ। ਜੀ ਬਿਲਕੁਲ, ਹਾਂਜੀ ਸਰ। ਸਰ ਇਹਦੇ ਨਾਲ ਨਾਲ ਮੈਂ ਉਹੀ ਹੁਣ ਮੇਰੇ ਵੀ ਦਿਮਾਗ 'ਚ ਇਹੀ ਸਵਾਲ ਆ ਰਿਹਾ ਸੀਗਾ ਵੀ ਜਦੋਂ ਆਪਾਂ ਲਗਜ਼ਰੀ ਘਰ ਦੀ ਗੱਲ ਕਰਦੇ ਹਾਂ
ਤੁਸੀਂ ਬਿਲਕੁਲ ਸਹੀ ਕਿਹਾ ਵੀ ਉਹਦੇ ਨਾਲ ਇੱਕ ਤਾਂ ਲੋਕ ਦੀ ਨੀਡ ਹੁੰਦੀ ਹੈ, ਕਿਸੇ ਦੀ ਨੀਡ ਜ਼ਰੂਰਤ ਹੁੰਦੀ ਹੈ, ਤਾਂ ਦੇਖੋ ਜ਼ਰੂਰਤ ਰਾਸ਼ੀ ਜੀ ਹੁੰਦੀ ਹੈ, ਹਰ ਘਰ ਹਾਂਜੀ ਦੇ ਵਿੱਚ ਆਦਮੀ ਦੀ ਜ਼ਰੂਰਤ ਆ ਬਿਲਕੁਲ ਬਿਲਕੁਲ, ਬਟ ਉਹਦੇ ਹਾਂਜੀ ਨਾਲ ਲਾਈਫਸਟਾਈਲ ਵੀ ਇੱਕ ਬਹੁਤ ਹੀ ਇੰਪੋਰਟੈਂਟ ਇੰਪੋਰਟੈਂਟ ਆ ਫੈਕਟਰ ਆ ਵੀ ਜਿਹੜਾ ਕੰਸੀਡਰ ਕੀਤਾ ਜਾਂਦਾ ਹੈ ਇਹਦੇ ਵਿੱਚ। ਤੇ ਹਾਂਜੀ ਇਹਦੇ ਵਿੱਚ ਘਰ ਦੀ ਪ੍ਰੈਜੈਂਟੇਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਆ? ਇਹਦੇ 'ਚ ਇਹ ਹੈ ਕਿ ਜਿੱਦਾਂ ਪ੍ਰੈਜੈਂਟੇਸ਼ਨ ਵਾਲਾ ਜਿਹੜਾ ਪਾਰਟ ਆ ਨਾ ਜੀ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਆ ਹਾਂਜੀ ਮਤਲਬ ਇਸ ਖਾਸ ਕਰਕੇ ਜਿਹੜੀਆਂ ਲਗਜ਼ਰੀ ਲਗਜ਼ਰੀਜ਼ ਸੈਗਮੈਂਟ ਆ ਹਾਂਜੀ ਇਸ ਜਿਹੜੀ ਸੈਗਮੈਂਟ ਦੀਆਂ ਪ੍ਰੋਪਰਟੀਆਂ ਨੇ ਹੁਣ ਪ੍ਰੈਜੈਂਟੇਸ਼ਨ ਦੇ ਵਿੱਚ ਜਿੱਦਾਂ ਕਿ ਢਿੱਲੋਂ ਸਾਹਿਬ ਨੇ ਗੱਲ ਕੀਤੀ ਹੈ ਇੱਕ ਬੜੀ ਜਿਵੇਂ ਕਹ ਲਓ ਕਾਮਨ ਚੀਜ਼ ਆ ਯਾ ਕਿ ਆਪਾਂ ਜਦੋਂ ਸਵਿਮਿੰਗ ਪੂਲ ਆ ਘਰ 'ਚ ਜੇ ਉਹ ਵੈਲ ਮੇਨਟੇਨਡ ਨਹੀਂ ਹੈਗਾ ਜੀ ਸਵਿਮਿੰਗ ਪੂਲ ਤਾਂ ਉਹ ਘਰ ਦੇ ਲਈ ਇੱਕ ਵਧੀਆ ਪਾਰਟ ਨਹੀਂ ਪਲੇ ਕਰਦਾ, ਉਹਦੇ ਲਈ ਇੱਕ ਨੈਗੇਟਿਵ ਪਾਰਟ ਪਲੇ ਕਰਦਾ ਕਿਉਂਕਿ ਜਿਹੜੇ ਲੋਕ ਸਵਿਮਿੰਗ ਪੂਲ ਦੀ ਜਿਨ੍ਹਾਂ ਦੀ ਕੰਸੀਡਰੇਸ਼ਨ ਆ ਜਿਨ੍ਹਾਂ ਦਾ ਲਾਈਫ ਸਟਾਈਲ ਆ ਕਿ ਸਾਡੇ ਲਾਈਫ ਸਟਾਈਲ ਸਵਿਮਿੰਗ ਪੂਲ ਹੋਣਾ ਚਾਹੀਦਾ ਜੀ ਉਹਨਾਂ ਦੇ ਲਈ ਉਹ ਇੱਕ ਬੜਾ ਇੰਪੋਰਟੈਂਟ ਫੈਕਟਰ ਆ ਔਰ ਜਦੋਂ ਉਹ ਆਉਂਦੇ ਨੇ ਉਹ ਘਰ ਦੇਖਦੇ ਨੇ ਜੇ ਉਹ ਚੀਜ਼ ਨਹੀਂ ਠੀਕ ਹੈ ਤਾਂ ਉਹਨਾਂ ਨੂੰ ਉਹ ਚੀਜ਼ ਆ ਜਿਹੜੀ ਅਟਰੈਕਟ ਨਹੀਂ ਕਰਦੀ। ਹੁਣ ਕਈ ਲੋਕ ਨੇ ਉਹਨਾਂ ਦੀ ਇਹ ਸਪੈਸੀਫਿਕ ਰਿਕੁਆਇਰਮੈਂਟ ਆ ਕਿ ਸਾਡਾ ਮੇਨ ਦੇ ਉੱਪਰ ਆਫਿਸ ਹੋਣਾ ਚਾਹੀਦਾ ਜੀ ਹਾਂਜੀ ਜੇ ਉਹਨਾਂ ਨੂੰ ਮੇਨ ਦੇ ਉੱਪਰ ਆਫਿਸ ਉਹਨਾਂ ਦੇ ਮੁਤਾਬਕ ਨਹੀਂ ਠੀਕ ਲੱਗਦਾਗਾ ਤਾਂ ਤਾਂ ਉਹ ਉਸ ਰਿਜੈਕਟ ਘਰ ਕਰ ਨੂੰ ਦਿੰਦੇ ਕੰਸੀਡਰ ਨਹੀਂ ਕਰਦੇਗੇ। ਬਿਲਕੁਲ ਔਰ ਕਈ ਜਿਹੜੀਆਂ ਫੈਮਲੀਜ਼ ਨੇ ਉਹਨਾਂ ਦਾ ਇਹ ਹੈ ਕਿ ਸਾਡਾ ਜਿਹੜਾ ਮਾਸਟਰ ਔਨ ਸਵੀਟ ਆ ਮਾਸਟਰ ਔਨ ਸਵੀਟ ਦੇ ਨਾਲ ਰਿਟਰੀਟ ਹੋਣੀ ਚਾਹੀਦੀ ਹੈ ਜੀ ਜੀ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰੋਪਰਟੀਆਂ ਨੇ। ਹੁਣ ਉਹ ਇਹ ਹੈ ਕਿ ਜੇ ਉਹ ਜਿਹੜੀ ਰਿਟਰੀਟ ਹੈ ਜਿਸ ਤਰ੍ਹਾਂ ਜੇ ਬਣੀ ਵੀ ਹੋਈ ਆ ਜੇ ਉਹਨੂੰ ਤੁਸੀਂ ਪ੍ਰੋਪਰਲੀ ਉਹਨੂੰ ਪ੍ਰੈਜੈਂਟ ਨਹੀਂ ਕਰਦੇ ਤਾਂ ਉਹ ਉਹਦੇ 'ਚੋਂ ਵੈਲਿਊ ਨੂੰ ਨਹੀਂ ਦੇਖਦੇਗੇ। ਹਾਂਜੀ ਅੱਛਾ ਹੁਣ ਕਈ ਲੋਕ ਇਹੋ ਜਿਹੇ ਨੇ ਉਹਨਾਂ ਦੀ ਇਹ ਸਪੈਸੀਫਿਕ ਰਿਕੁਆਇਰਮੈਂਟ ਹੈ ਕਿ ਸਾਡੇ ਨੈਨੀ ਸਵੀਟ ਹੋਣੀ ਚਾਹੀਦੀ ਹੈ ਜੀ ਯਾ ਕਿਉਂਕਿ ਉਹਨਾਂ ਦੇ ਘਰੇ ਨੈਨੀਜ਼ ਵਗੈਰਾ ਨੇ ਤਾਂ ਉਹਨਾਂ ਦੀ ਇਹ ਰਿਕੁਆਇਰਮੈਂਟ ਆ ਕਿ ਉਹ ਚੀਜ਼ ਉਸ ਤਰ੍ਹਾਂ ਹੋਣੀ ਚਾਹੀਦੀ ਆ। ਹੁਣ ਜਿਸ ਤਰ੍ਹਾਂ ਬੇਸਮੈਂਟ ਬਾਰੇ ਆਪਾਂ ਗੱਲ ਕਰ ਲਈਏ ਇੱਕ ਬੜਾ ਜਿਵੇਂ ਕਹ ਲਓ ਕਿ ਵਾਈਡ ਏਰੀਆ ਲੋਕੀ ਆਮ ਸਾਨੂੰ ਇਹ ਗੱਲ ਪੁੱਛਦੇ ਆ ਕਿ ਘਰ ਦੀ ਜਿਹੜੀ ਬੇਸਮੈਂਟ ਆ ਉਹ ਕਿੱਦਾਂ ਬਣਾਉਣੀ ਚਾਹੀਦੀ ਉਹਦੇ 'ਚ ਕੀ ਹੋਣਾ ਚਾਹੀਦਾ ਉਹਦੇ 'ਚ ਰੈਕ ਰੂਮ ਹੋਣਾ ਚਾਹੀਦਾ ਉਹਦੇ 'ਚ ਥੀਏਟਰ ਬਣਾਇਆ ਜਾਵੇ ਜੀ ਨਾ ਜੀ ਬਣਾਇਆ ਜਾਵੇ ਉਹਨੂੰ ਬੇਸਮੈਂਟ ਅਪਾਰਟਮੈਂਟ ਦੇ ਤੌਰ ਤੇ ਬਣਾਇਆ ਜਾਵੇ ਜਾਂ ਨਾ ਬਣਾਇਆ ਜਾਵੇ। ਹੁਣ ਜਿਵੇਂ ਜਿਹੜੀਆਂ ਲਗਜ਼ਰੀ ਪ੍ਰੋਪਰਟੀਜ਼ ਨੇ ਜਿਹੜਾ ਥੀਏਟਰ ਨੇ ਹੋਮ ਥੀਏਟਰ ਨੇ ਉਹ ਜਿਹੜੇ ਉਹ ਸੈਗਮੈਂਟ ਦੇ ਲੋਕ ਨੇ ਉਹਨਾਂ ਦੇ ਲਈ ਉਹ ਬੜੀ ਇੰਪੋਰਟੈਂਟ ਚੀਜ਼ ਆ। ਹਾਂਜੀ ਹੁਣ ਜੇ ਉਹ ਕਿਸੇ ਹੋਰ ਬੰਦੇ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਮਨੀ ਦੀ ਵੇਸਟੇਜ ਆ ਇਹ Yeah. ਹੁਣ ਤੁਸੀਂ $50,000 ਥੀਏਟਰ ਦੇ ਉੱਪਰ ਲਾਤਾ ਥੱਲੇ ਬੇਸਮੈਂਟ ਦੇ ਉੱਤੇ ਉਹਨਾਂ ਨੂੰ ਉਹਦੇ 'ਚ ਕੋਈ ਵੈਲਿਊ ਨਹੀਂ ਨਜ਼ਰ ਆਉਂਦੀ ਜੀ ਬਟ ਉਹਨਾਂ ਦੇ ਲਾਈਫ ਸਟਾਈਲ ਦੇ ਮੁਤਾਬਕ ਉਹਨਾਂ ਲਈ ਉਹ ਚੀਜ਼ ਆ ਜਿਹੜੀ ਬੜੀ ਇੰਪੋਰਟੈਂਟ ਹੁੰਦੀ ਹੈ। ਬਿਲਕੁਲ ਇਹਨਾਂ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਸਾਨੂੰ। ਇੱਥੇ ਸਾਡਾ ਹੋ ਗਿਆ ਇੱਕ ਬ੍ਰੇਕ ਦਾ ਸਮਾਂ, ਬ੍ਰੇਕ ਤੋਂ ਬਾਅਦ ਅਸੀਂ ਫੇਰ ਕੰਟੀਨਿਊ ਕਰਦੇ ਹਾਂ।